ਸਾਡੇ ਉੱਤੇ ਤਹਿਸੀਲਦਾਰ ਨੇ ਪ੍ਰਵੀਨ ਕੁਮਾਰ ਸਿੰਗਲਾ, ਉਹਨਾਂ ਨੇ ਮੋਗੇ ਦੇ ਵਿੱਚ ਭੂ ਮਾਫੀਆ ਨਾਲ ਮਿਲ ਕੇ ਬਹੁਤ ਮਤਲਬ ਸਟੈਂਪ ਡਿਊਟੀ ਦੀ ਘੱਟੋ ਘੱਟ 100 ਕਰੋੜ ਦੀ ਪਿਛਲੇ 5.5 ਮਹੀਨੇ ਚੋਰੀ ਕੀਤੀ ਹੈ ਜੀ। ਅਸੀਂ ਆ 6 ਤਰੀਕ ਨੂੰ ਉਹਨੂੰ ਮੈਮੋਰੈਂਡਮ ਦੇ ਕੇ ਆਏ ਆ ਤਹਿਸੀਲਦਾਰ ਨੂੰ ਵੀ ਤਹਿਸੀਲਦਾਰ ਸਾਹਿਬ ਤੁਹਾਡੇ ਆਫਿਸ ਦੇ ਵਿੱਚ ਘਟਾਲੇ ਚੱਲਦੇ ਪਏ ਆ ਔਰ ਤੁਸੀਂ ਵਿੱਚ ਸ਼ਾਮਲ ਹੋ। ਆ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਜੀ ਵੀ ਤੁਸੀਂ ਸ਼ਾਮਲ ਹੋ, ਤੁਸੀਂ ਕਾਈਂਡਲੀ ਇਹ ਆ ਦੇਖੋ, ਤੁਸੀਂ ਕਾਈਂਡਲੀ ਇਸ ਚੀਜ਼ ਨੂੰ ਸੁਧਾਰੋ। ਜਦੋਂ ਅਸੀਂ ਮੁੱਦਾ ਚੱਕਿਆ ਕਹਿੰਦੇ ਜੀ ਅਸੀਂ ਤਾਂ ਇਹ ਕੀਤੀ ਨਹੀਂ। ਅਸੀਂ ਮੰਤਰੀ ਜੀ ਨੂੰ ਕੀਤੀ ਕਾਲ, ਮੰਤਰੀ ਜੀ ਨੇ ਇਹਨਾਂ ਨੂੰ ਕਾਲ ਕੀਤੀ ਡੀਸੀ ਨੂੰ, ਕਹਿੰਦੇ 2 ਦਿਨ 'ਚ ਰਿਪੋਰਟ ਦਿਓ। ਰਿਪੋਰਟ 2 ਦਿਨ 'ਚ ਆਈ ਨਹੀਂ, ਤੀਜੇ ਦਿਨ ਮੰਤਰੀ ਜੀ ਲੁਧਿਆਣੇ ਆਏ ਵੇ ਸੀ, ਬਾਈ ਚਾਂਸ ਉਹਨਾਂ ਦੀ ਕਾਲ ਆਈ ਸੀਗਾ ਜੀ ਆ ਜਾਓ, ਉਹ ਮੋਗੇ ਆ ਗਏ। ਅਸੀਂ ਕਿਹੜਾ ਉਹਨਾਂ ਦੀ, ਅਸੀਂ ਆਮ ਆਦਮੀ ਪਾਰਟੀ ਥੋੜ੍ਹੀ ਆ, ਅਸੀਂ ਤਾਂ ਆਪਦਾ ਸਾਡਾ NGO ਅੱਡਾ, ਅਸੀਂ ਆਪਦੇ ਅੱਡ ਸਿਸਟਮ 'ਚ ਹੈ ਨਾ। ਹਾਈਵੇ ਆ ਪੂਰਾ ਮੋਗਾ ਲੁਧਿਆਣਾ ਹਾਈਵੇ ਦੇ ਉੱਪਰ ਡੀਸੀ ਦਫ਼ਤਰ ਦੇ ਸਾਹਮਣੇ ਆ। ਸਾਰੇ ਅਫਸਰ ਹਜ਼ਾਰਾਂ ਨਹੀਂ ਲੰਘੇ ਹੋਣੇ 15 ਦਿਨਾਂ 'ਚ ਉੱਥੋਂ, ਤੇ ਉਹ ਕਹਿੰਦੇ ਵਿਜ਼ਿਟ ਨਹੀਂ ਕੀਤੀ ਜੀ ਪ੍ਰੋਪਰਟੀ। ਅਸੀਂ ਤਾਂ ਧੰਨਵਾਦੀ ਹਾਂ ਜਿੰਪਾਈ ਦੇ ਵੀ ਔਰ ਆਮ ਆਦਮੀ ਪਾਰਟੀ ਦੇ ਵੀ, ਉਹਨਾਂ ਦਾ ਐਡਾ ਐਫੀਸ਼ੀਐਂਟ ਮੰਤਰੀ ਆ ਵੀ ਜਿਹੜਾ ਆਹ ਮੈਟਰ ਨੂੰ ਸੋਲਵ ਕਰਨ ਮੌਕੇ ਤੱਕ ਆ ਗਿਆ। ਅੱਛਾ ਚਲੋ ਉੱਥੇ ਸੋਲਵ ਤਾਂ ਹੱਲੇ ਵੀ ਨਹੀਂ ਹੋਇਆ, ਤਹਿਸੀਲਦਾਰ ਤਾਂ ਹੱਲੇ ਵੀ ਕੁਰਸੀ ਤੇ ਆਪਣੀ ਬੈਠਾ ਹੋਇਆ, ਹੱਲੇ ਵੀ ਰਜਿਸਟਰੀਆਂ ਹੋ ਰਹੀਆਂ। ਤੁਸੀਂ ਕਿਹਾ ਕਿ 6 ਤਰੀਕ ਨੂੰ ਤੁਸੀਂ ਮੈਮੋਰੈਂਡਮ ਦਿੱਤਾ, ਉਸ ਤੋਂ ਬਾਅਦ 9 ਤਰੀਕ ਨੂੰ ਮੈਮੋਰੈਂਡਮ ਦਿੱਤਾ, ਤਾਂ ਵੀ ਰਜਿਸਟਰੀਆਂ ਲਗਾਤਾਰ ਬਦਸਤੂਰ ਜਾਰੀ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਸਾਹਿਲ। ਜਿੱਥੇ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਬਣਨ ਤੋਂ ਬਾਅਦ ਦਾਅਵੇ ਕਰਦੀ ਹੈ ਕਿ ਕਿਤੇ ਨਾ ਕਿਤੇ ਕਰਪਸ਼ਨ ਜਿਹੜੀ ਹੈ ਪੰਜਾਬ ਦੇ ਵਿੱਚੋਂ ਖਤਮ ਹੋ ਚੁੱਕੀ ਹੈ, ਉੱਥੇ ਹੀ ਦੂਜੇ ਪਾਸੇ ਮੋਗਾ ਦੇ ਵਿੱਚ ਇੱਕ ਤਹਿਸੀਲਦਾਰ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਸਟੈਂਪ ਡਿਊਟੀ ਦਾ ਘੁਟਾਲਾ ਕੀਤਾ, ਗਲਤ ਰਜਿਸਟਰੀਆਂ ਕੀਤੀਆਂ, ਕਮਰਸ਼ੀਅਲ ਥਾਂ ਨੂੰ ਰੈਜ਼ੀਡੈਂਸ਼ੀਅਲ ਕਰਕੇ ਰਜਿਸਟਰ ਕਰ ਦਿੱਤਾ, ਜਿਸ ਦੇ ਸਬੂਤ ਵੀ ਮੌਜੂਦ ਨੇ। ਇਸ ਬਾਰੇ 'ਚ ਸਾਡੇ ਨਾਲ ਖੋਲ੍ਹ ਕੇ ਗੱਲ ਕਰਨ ਲਈ ਪੰਕਜ ਸੂਦ ਮੌਜੂਦ ਨੇ। ਸੋ ਪੰਕਜ ਜੀ, ਪਹਿਲੇ ਗੱਲ ਤਾਂ ਮੈਂ ਪੁੱਛਣਾ ਚਾਹੁੰਦਾ ਕਿ ਕੀ ਅਸਲ ਦੇ ਵਿੱਚ ਮਾਮਲਾ ਕੀ ਹੈ, ਕੀ ਘੁਟਾਲਾ ਕੀ ਹੈ ਜਿਸ ਦੇ ਉੱਤੇ ਅੱਜ ਪੂਰੀ ਇਹ ਪ੍ਰੈਸ ਵਾਰਤਾ ਕੀਤੀ ਗਈ ਹੈ? ਜੀ ਇਹ ਮਾਮਲਾ ਹੈਗਾ ਜੀ, ਇੱਕ ਸਾਡੇ ਉੱਤੇ ਤਹਿਸੀਲਦਾਰ ਨੇ ਪ੍ਰਵੀਨ ਕੁਮਾਰ ਸਿੰਗਲਾ, ਉਹਨਾਂ ਨੇ ਮੋਗੇ ਦੇ ਵਿੱਚ ਭੂ ਮਾਫੀਆ ਨਾਲ ਮਿਲ ਕੇ ਬਹੁਤ ਮਤਲਬ ਸਟੈਂਪ ਡਿਊਟੀ ਦੀ ਘੱਟੋ ਘੱਟ 100 ਕਰੋੜ ਦੀ ਪਿਛਲੇ 5.5 ਮਹੀਨੇ ਚੋਰੀ ਕੀਤੀ ਹੈ ਜੀ। ਅਸੀਂ ਉਹ ਮਾਮਲੇ ਨੂੰ ਬਹੁਤ ਵੱਡੇ ਲੈਵਲ 'ਤੇ ਉਜਾਗਰ ਕੀਤਾ ਸੀਗਾ ਜੀ, ਪਰ ਸਾਨੂੰ ਉੱਥੇ ਪ੍ਰੋਪਰ ਕਵਰੇਜ ਨਹੀਂ ਮਿਲ ਰਹੀ ਸੀ। ਮੈਨੂੰ ਐਸੀ ਸਟੇਟ ਮੀਡੀਆ ਨੂੰ ਇਹ ਗੱਲ ਪਤਾ ਹੋਣੀ ਜ਼ਰੂਰੀ ਹੈ, ਇਸ ਲਈ ਅਸੀਂ ਅੱਜ ਚੰਡੀਗੜ੍ਹ ਪ੍ਰੈਸ ਕਾਨਫਰੰਸ ਰੱਖੀ ਆ। ਹਾਲਾਂਕਿ ਅਸੀਂ ਆ 6 ਤਰੀਕ ਨੂੰ ਉਹਨੂੰ ਮੈਮੋਰੈਂਡਮ ਦੇ ਕੇ ਆਏ ਆ ਤਹਿਸੀਲਦਾਰ ਨੂੰ ਵੀ ਤਹਿਸੀਲਦਾਰ ਸਾਹਿਬ ਤੁਹਾਡੇ ਆਫਿਸ ਦੇ ਵਿੱਚ ਘਟਾਲੇ ਚੱਲਦੇ ਪਏ ਆ ਔਰ ਤੁਸੀਂ ਵਿੱਚ ਸ਼ਾਮਲ ਹੋ। ਆ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਜੀ ਵੀ ਤੁਸੀਂ ਸ਼ਾਮਲ ਹੋ, ਤੁਸੀਂ ਕਾਈਂਡਲੀ ਇਹ ਆ ਦੇਖੋ ਜੀ, ਤੁਸੀਂ ਕਾਈਂਡਲੀ ਇਸ ਚੀਜ਼ ਨੂੰ ਸੁਧਾਰੋ। ਪਰ 7 ਤਰੀਕ ਨੂੰ ਜੀ ਤਹਿਸੀਲਦਾਰ ਸਾਹਿਬ ਰਜਿਸਟਰੀ ਕਰਦੇ ਆ ਜੀ, ਔਰ ਇਹ ਕਮਰਸ਼ੀਅਲ ਨੂੰ ਰੈਜ਼ੀਡੈਂਸ਼ੀਅਲ ਕਰਕੇ ਆਪ ਕੋਡ ਗਲਤ ਪਾ ਕੇ 61 ਨੰਬਰ 81 ਨੂੰ 61 ਕਰਕੇ ਕਰਦੇ ਆ ਜੀ। ਕਿੱਥੇ 5,70,000 ਮਿਨੀਮਮ ਰੇਟ ਆ ਜੀ, ਆ ਦੇਖੋ ਸਰਕਾਰ ਦਾ 570 ਹਾਈਵੇ ਤੇ ਮਿਨੀਮਮ ਰੇਟ ਆ ਜੀ ਸਰਕਾਰ ਦਾ। ਉਸ ਏਰੀਆ 'ਚ 1.5 ਲੱਖ ਨੂੰ ਰਜਿਸਟਰੀ ਕਰਤੀ ਜੀ। ਜਦੋਂ ਅਸੀਂ ਮੁੱਦਾ ਚੱਕਿਆ ਕਹਿੰਦੇ ਜੀ ਅਸੀਂ ਤਾਂ ਇਹ ਕੀਤੀ ਨਹੀਂ। ਅਸੀਂ ਮੰਤਰੀ ਜੀ ਨੂੰ ਕੀਤੀ ਕਾਲ, ਮੰਤਰੀ ਜੀ ਨੇ ਇਹਨਾਂ ਨੂੰ ਕਾਲ ਕੀਤੀ ਡੀਸੀ ਨੂੰ, ਕਹਿੰਦੇ 2 ਦਿਨ 'ਚ ਰਿਪੋਰਟ ਦਿਓ। ਰਿਪੋਰਟ 2 ਦਿਨ 'ਚ ਆਈ ਨਹੀਂ, ਤੀਜੇ ਦਿਨ ਮੰਤਰੀ ਜੀ ਲੁਧਿਆਣੇ ਆਏ ਵੇ ਸੀ, ਬਾਈ ਚਾਂਸ ਉਹਨਾਂ ਦੀ ਕਾਲ ਆਈ ਸੀਗਾ ਜੀ ਆ ਜਾਓ, ਉਹ ਮੋਗੇ ਆ ਗਏ। ਅਸੀਂ ਕਿਹੜਾ ਉਹਨਾਂ ਦੀ, ਅਸੀਂ ਆਮ ਆਦਮੀ ਪਾਰਟੀ ਥੋੜ੍ਹੀ ਆ, ਅਸੀਂ ਤਾਂ ਆਪਦਾ ਸਾਡਾ NGO ਅੱਡਾ, ਅਸੀਂ ਆਪਦੇ ਅੱਡ ਸਿਸਟਮ 'ਚ ਹੈ ਨਾ। ਪਰ ਜਦੋਂ ਸਾਰੇ ਸਬੂਤ ਸਾਹਮਣੇ ਆ ਜੀ, ਇੱਕ ਰਜਿਸਟਰੀ ਚੈੱਕ ਕਰਨੀ ਹੈ ਪ੍ਰਸ਼ਾਸਨ ਤੋਂ 20 ਦਿਨਾਂ 'ਚ 15 ਦਿਨਾਂ 'ਚ ਰਜਿਸਟਰੀ ਨਹੀਂ ਚੈੱਕ ਹੋਈ ਜੀ ਇੱਕ, ਠੀਕ ਹੈ। ਅਸੀਂ ਦੇਈ ਜਾਂਦੇ ਹਾਂ ਸਬੂਤ, ਆ ਪਿਆ ਜੀ ਹਾਈਵੇ, ਆ ਹਾਈਵੇ ਆ ਪੂਰਾ ਮੋਗਾ ਲੁਧਿਆਣਾ ਹਾਈਵੇ ਦੇ ਉੱਪਰ ਡੀਸੀ ਦਫ਼ਤਰ ਦੇ ਸਾਹਮਣੇ ਆ। ਸਾਰੇ ਅਫਸਰ ਹਜ਼ਾਰਾਂ ਨਹੀਂ ਲੰਘੇ ਹੋਣੇ 15 ਦਿਨਾਂ 'ਚ ਉੱਥੋਂ, ਤੇ ਉਹ ਕਹਿੰਦੇ ਵਿਜ਼ਿਟ ਨਹੀਂ ਕੀਤੀ ਜੀ ਪ੍ਰੋਪਰਟੀ। ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਹਾਲੇ ਵੀ ਜਿਹੜੀ ਬ੍ਰਹਮ ਸ਼ੰਕਰ ਜਿੰਪਾ ਦੇ ਵਿਜ਼ਿਟ ਤੋਂ ਬਾਵਜੂਦ ਉੱਥੇ ਹਾਲੇ ਤੱਕ ਜਿਹੜੀ ਇਨਕੁਆਇਰੀ ਦੀ ਗੱਲ ਕੀਤੀ ਗਈ ਸੀ, ਉਹ ਇਨਕੁਆਇਰੀ ਪੂਰੀ ਨਹੀਂ ਹੋਈ। ਬ੍ਰਹਮ ਸ਼ੰਕਰ ਜਿੰਪਾ ਜਿਹੜੇ ਨੇ ਉਹ ਉੱਥੇ ਆ ਕੇ ਆਪ ਡੀਸੀ ਨੂੰ ਕਹਿ ਕੇ ਜਾਂਦੇ ਨੇ ਇਨਕੁਆਇਰੀ ਦਿਓ, ਫਿਰ ਵੀ ਉਹ ਤਹਿਸੀਲਦਾਰ, ਤੁਸੀਂ ਆਪ ਵੀ ਪ੍ਰੈਸ ਵਾਰਤਾ 'ਚ ਕਿਹਾ ਕਿ ਤਹਿਸੀਲਦਾਰ ਹਾਲੇ ਵੀ ਉੱਥੇ ਕੰਮ ਕਰ ਰਹੇ ਨੇ। ਬਿਲਕੁਲ ਜੀ, ਬਿਲਕੁਲ ਹਲੇ ਵੀ ਅੱਜ ਫੋਨ ਕਰ ਲਓ, ਮੈਂ ਨੰਬਰ ਦੇ ਦਿੰਦਾ, ਪੁੱਛ ਲਓ ਕਿੱਥੇ ਬੈਠਾ ਉਹ। ਮੈਂ CRO ਦੇ ਬੰਦੇ ਭੇਜ ਦਿੰਦਾ ਜੀ, ਫੋਟੋ ਖਿੱਚ ਕੇ ਲਿਆ ਦਿੰਦਾ ਤੁਹਾਨੂੰ, ਹੁਣੇ ਫੋਟੋ ਹੀ ਮੰਗਾ ਲੈਣੇ। ਫਿਰ ਇਸ ਚੀਜ਼ ਦਾ ਤੁਸੀਂ ਜ਼ਿੰਮੇਦਾਰ ਕਿਹਨੂੰ ਸਮਝਦੇ ਹੋ? ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਲਗਾਤਾਰ ਇਹ ਕਹਿੰਦੀ ਵੀ ਇਹ ਕਰਪਸ਼ਨ ਖਤਮ ਕਰ ਦਿੱਤੀ, ਹਾਲਾਂਕਿ ਜਿੰਪਾ ਉੱਥੇ ਮੰਤਰੀ ਜਿੰਪਾ ਉੱਥੇ ਆਪ ਪਹੁੰਚ ਜਾਂਦੇ ਨੇ, ਫਿਰ ਵੀ ਕਿ ਤਹਿਸੀਲਦਾਰ ਕੰਮ ਕਰ ਰਹੇ। ਦੇਖੀਏ ਭਾਈ ਸਾਹਿਬ, ਪਤਾ ਗੱਲ ਕੀ ਹੈ ਜੀ, ਮੈਂ ਤਾਂ ਦੇਖੀਏ ਮੈਂ ਕਾਫੀ ਸਾਲਾਂ ਤੋਂ 12 ਸਾਲ ਤੋਂ ਤਾਂ ਮੈਂ ਆਪਦੇ ਅਸੀਂ NGO ਨੈਸ਼ਨਲ NGO ਹੈ, ਅਸੀਂ ਇਹਦੇ ਵਿੱਚ ਹੀ ਘੁੰਮ ਰਹੇ ਹਾਂ, ਪਰ ਮੈਂ ਨਹੀਂ ਕਦੇ ਵੇਖਿਆ ਕਿਤੇ ਸਰਕਾਰ ਦਾ ਮੰਤਰੀ। ਇੱਕ ਮੈਂ ਗੱਲ ਹੋਰ ਦੱਸਦੇ ਹਾਂ, ਅੱਜ ਇੱਥੇ ਕਿਸੇ ਪੱਤਰਕਾਰ ਵੀਰ ਨੇ ਗੱਲ ਕਹੀ ਸੀ ਕਿ ਵੀ ਰਾਜੇ ਵੜਿੰਗ ਨੇ ਇਸ ਟੌਪਿਕ ਦੇ ਉੱਤੇ ਬੋਲਿਆ, ਉਹਨੂੰ 5 ਦਿਨ ਪਹਿਲਾਂ ਭੇਜਿਆ ਹੋਇਆ ਜੀ। ਮੈਂ ਇਹ ਮੇਰਾ WhatsApp ਚੈੱਕ ਕਰਾ ਦੇਣਾ, ਭਾਰਤ ਭੂਸ਼ਣ ਆਸ਼ੂ ਨੂੰ ਵੀ, ਉਹਨੂੰ ਵੀ 5 ਦਿਨ ਪਹਿਲਾਂ ਸਾਰੀ ਡਿਟੇਲ ਭੇਜੀ ਹੈ, ਉਦੋਂ ਤਾਂ ਬੋਲੇ ਨਹੀਂ ਅੱਜ, ਹਲੇ ਤਾਂ ਬੋਲੇ ਨਹੀਂ। ਜਿੱਦਣ ਜਿੰਪਾ ਜੀ ਮੋਗੇ ਆਇਆ ਉਦੋਂ ਸਵੇਰੇ ਮੈਂ ਇਹਨਾਂ ਨੂੰ ਵੀ ਭੇਜੀ ਸੀ, ਮੈਂ ਕਿਹਾ ਕਾਂਗਰਸ ਦੇ ਪ੍ਰਧਾਨ ਨੇ, ਇਹਨਾਂ ਨੂੰ ਭੇਜੀ ਹੋਈ ਹੈ ਮੈਂ WhatsApp ਤੇ ਸਾਰਾ ਰਿਕਾਰਡ, ਜਿੰਨੀ ਪ੍ਰੈਸ ਕਵਰੇਜ ਔਰ ਜਿੰਨਾ ਸਾਰਾ ਰਿਕਾਰਡ ਹੈ ਸਭ ਨੂੰ ਭੇਜਿਆ ਹੋਇਆ, ਠੀਕ ਹੈ। ਬੋਲੇ ਗੱਲੇ ਜਿੰਪਾ ਜੀ, ਇਹਨਾਂ 'ਚ ਕੋਈ ਨਹੀਂ ਬੋਲਿਆ।
ਕਿਉਂਕਿ ਉਹ ਪਹਿਲਾਂ 5:30 ਪਰ ਤੁਸੀਂ ਹੁਣ ਤੁਸੀਂ ਕਹਿ ਰਹੇ ਹੋ ਕਿ ਬੋਲੇ ਇਕੱਲੇ ਮੰਤਰੀ ਜਿੰਪਾ, ਪਰ ਇਸ ਤੋਂ ਪਹਿਲਾਂ ਜਦੋਂ ਸਾਨੂੰ ਪ੍ਰੈਸ ਵਾਰਤਾ ਦਾ ਮੈਸੇਜ ਆਉਂਦਾ ਉਸ ਦੇ ਵਿੱਚ ਸਿੱਧਾ ਤੌਰ ਦੇ ਉੱਤੇ ਪ੍ਰੈਸ ਮੈਸੇਜ ਦੇ ਵਿੱਚ ਇਹ ਲਿਖਿਆ ਜਾਂਦਾ ਹੈ ਕਿ ਮੋਗੇ ਦੇ ਵਿੱਚ ਇੱਕ ਅਜਿਹੀ ਘੁਟਾਲਾ ਹੋਇਆ ਜਿਸ ਦੇ ਵਿੱਚ ਮੰਤਰੀ ਜਿੰਪਾ ਦਾ ਵੀ ਹੱਥ ਹੈ। ਬਿਲਕੁਲ ਨਹੀਂ ਜੀ। ਉਹ ਚਲੋ ਜਦੋਂ ਅਸੀਂ ਤੇ ਬੁਕਿੰਗ ਲਈ ਕਾਲ ਕੀਤੀ ਸੀ ਨਾ ਜੀ, ਸਾਨੂੰ ਨਹੀਂ ਪਤਾ ਵੀ ਇੱਥੇ ਜਿਹੜਾ ਮੈਸੇਜ ਹੈ ਕੀ ਕਨਵੇ ਹੋਇਆ, ਠੀਕ ਹੈ। ਉਹ ਤਾਂ ਮੈਨੂੰ ਹੁਣ ਇੱਥੇ ਪਹੁੰਚ ਕੇ ਪਤਾ ਲੱਗਿਆ ਜਦੋਂ ਪ੍ਰੈਸ ਨੇ ਮੈਨੂੰ ਪੁੱਛਿਆ ਵੀ ਮੈਂ ਕਿਹਾ ਯਾਰ ਇਹੋ ਤਾਂ ਕੋਈ ਗੱਲ ਹੈ ਨਹੀਂ ਗੀ, ਅਸੀਂ ਤਾਂ ਸਾਡਾ ਸਬੂਤ ਲੈ ਕੇ ਆਏ ਹਾਂ। ਸਹੀ ਤਾਂ ਅਸੀਂ ਧੰਨਵਾਦ ਹੈ। ਹੁਣ ਤੁਸੀਂ ਵੀ ਜਿੱਤ ਸਕਦੇ ਹੋ iPhone 13 ਲੈਪਟਾਪ ਐਂਡ LED, ਪਰ ਪ੍ਰੀਮੀਅਮ ਲੈਂਗੁਏਜ ਸਕੂਲ ਐਂਡ ਇਮੀਗ੍ਰੇਸ਼ਨ 'ਚ ਐਡਮਿਸ਼ਨ ਲੈ ਕੇ। ਅਸੀਂ ਆਇਲਸ ਕਰਨ ਵਾਲੇ ਬੱਚਿਆਂ ਲਈ ਇੱਕ ਲੱਕੀ ਡਰਾਅ ਕੱਢਣ ਜਾ ਰਹੇ ਹਾਂ, ਜਿਹਦੇ ਇਹ 3 ਪ੍ਰਾਈਜ਼ਸ ਹੋਣਗੇ। ਜੇ ਤੁਸੀਂ ਵੀ ਚਾਹੁੰਦੇ ਹੋ ਇਹ ਸਭ ਪ੍ਰਾਈਜ਼ ਜਿੱਤਣਾ, ਜਲਦ ਤੋਂ ਜਲਦ ਕਾਲ ਕਰੋ, ਬ੍ਰਾਂਚ ਵਿਜ਼ਿਟ ਕਰੋ ਤੇ ਆਪਣੀ ਐਡਮਿਸ਼ਨ ਕਰਵਾਓ। ਧੰਨਵਾਦ। ਅਸੀਂ ਤਾਂ ਧੰਨਵਾਦੀ ਹਾਂ ਜਿੰਪਾ ਜੀ ਦੇ ਵੀ ਔਰ ਆਮ ਆਦਮੀ ਪਾਰਟੀ ਦੇ ਵੀ। ਉਹਨਾਂ ਦਾ ਇੱਕ ਐਡਾ ਐਫੀਸ਼ੀਐਂਟ ਮੰਤਰੀ ਹੈ ਵੀ ਜਿਹੜਾ ਆ ਮੈਟਰ ਨੂੰ ਸੋਲਵ ਕਰਨ ਮੌਕੇ ਤੱਕ ਆ ਗਿਆ। ਅੱਛਾ ਚਲੋ ਉੱਥੇ ਸਵਾਲ ਤਾਂ ਹੱਲੇ ਵੀ ਨਹੀਂ ਹੋਇਆ, ਤਹਿਸੀਲਦਾਰ ਤਾਂ ਹੱਲੇ ਵੀ ਕੁਰਸੀ ਤੇ ਆਪਣੇ ਬੈਠਾ ਹੋਇਆ, ਹੱਲੇ ਵੀ ਰਜਿਸਟਰੀਆਂ ਹੋ ਰਹੀਆਂ। ਤੁਸੀਂ ਕਿਹਾ ਕਿ 6 ਤਰੀਕ ਨੂੰ ਤੁਸੀਂ ਮੈਮੋਰੈਂਡਮ ਦਿੱਤਾ, ਉਸ ਤੋਂ ਬਾਅਦ 9 ਤਰੀਕ ਨੂੰ ਮੈਮੋਰੈਂਡਮ ਦਿੱਤਾ, ਤਾਂ ਵੀ ਰਜਿਸਟਰੀਆਂ ਲਗਾਤਾਰ ਬਦਸਤੂਰ ਜਾਰੀ ਨੇ। ਬਿਲਕੁਲ ਜੀ, ਬਿਲਕੁਲ ਬਿਲਕੁਲ। ਇਹ ਫਿਰ ਇਹਨੂੰ ਆਪਾਂ ਸੋਲਵ ਕਿੱਦਾਂ ਮੰਨੀਏ? ਮੈਂ ਦੱਸਾਂ ਇਹ ਫਿਰ ਮੇਰਾ ਇੱਥੇ ਆਉਣ ਦਾ ਕਾਰਨ ਇਹੀ ਹੈ ਜੀ, ਸਟੇਟ ਮੀਡੀਆ 'ਚ ਗੱਲ ਆਊਗੀ, ਫੇਰ ਹੀ ਕਿਤੇ ਇਹਨਾਂ ਦੇ ਕੰਨ ਤੇ ਜੂ ਰਹਿੰਗੂਗੀ ਸਾਰਿਆਂ ਦੇ। ਸਟੇਟ ਦਾ ਮੰਤਰੀ ਤੁਹਾਡੇ ਕੋਲ ਪਹੁੰਚ ਗਿਆ, ਸਟੇਟ ਦਾ ਮੰਤਰੀ ਤੁਹਾਡੇ ਨਾਲ ਆ ਕੇ ਇੱਕ DC ਦੇ ਦਫ਼ਤਰ ਦੇ ਵਿੱਚ ਜਾ ਕੇ ਉੱਥੇ ਜਾ ਕੇ ਇਨਕੁਆਇਰੀ ਦੀ ਵੀ ਆਰਡਰ ਦੇ ਆਉਂਦੇ। ਇਹ ਵੀ ਨਹੀਂ ਕਿ ਕੋਈ ਮੰਗ ਹੁੰਦੀ ਹੈ, ਆਰਡਰ ਦੇ ਕੇ ਆਉਂਦੇ ਨੇ, ਮੰਤਰੀ ਨੇ ਉਹ। ਫਿਰ ਵੀ ਤੁਸੀਂ ਕਹਿ ਰਹੇ ਹੋ ਫਿਰ ਤੁਹਾਨੂੰ ਇੱਥੇ ਆਉਣਾ ਪੈ ਗਿਆ। ਬਿਲਕੁਲ ਜੀ। ਅੱਜ ਜਿਹੜੀ ਇਹਨਾਂ ਦੀ ਜਿਹੜਾ FCR ਆ ਉਹਨੂੰ ਰਿਪੋਰਟ ਅੱਜ ਇਹਨਾਂ ਨੇ ਮੇਰੇ ਖਿਆਲ ਭੇਜਤੀ ਆ ਮੋਗੇ ਵਾਲਿਆਂ ਨੇ। ਅਸੀਂ ਇਹਨਾਂ ਨੂੰ ਮੈਂ ਫੋਨ ਕੀਤਾ ਸੀ, ਮੈਂ ਕਿਹਾ ਜੀ ਸਾਨੂੰ ਵੀ ਰਿਪੋਰਟ ਦੀ ਕਾਪੀ ਦੇ ਦਿਓ, ਕਿਉਂਕਿ ਐਜ਼ ਏ ਕੰਪਲੇਨੈਂਟ ਅਸੀਂ ਲੈ ਸਕਦੇ ਹਾਂ, RTA ਪਾਉਣ ਦੀ ਲੋੜ ਨਹੀਂ ਸਾਨੂੰ, ਵੀ ਅਸੀਂ ਲੈ ਸਕਦੇ ਹਾਂ। ਉਹ ਕਹਿੰਦੇ ਤੁਸੀਂ ਆ ਜਾਓ ਫਿਰ ਅਸੀਂ ਦੇ ਦਾਂਗੇ, ਪਰ ਇੱਥੇ ਅਸੀਂ PC ਰੱਖੀ ਕਰਕੇ ਫਿਰ ਮੈਨੂੰ ਇੱਧਰ ਨਿਕਲਣਾ ਪੈ ਗਿਆ ਤੇ ਕਾਪੀ ਸ਼ਾਇਦ ਮਿਲ ਜਾਵੇ ਮੈਨੂੰ। ਮੰਨਦੇ ਹੋ ਕਿਤੇ ਨਾ ਕਿਤੇ ਫਿਰ ਗੱਲ ਤੁਹਾਡੇ ਤੇ ਵੀ, ਕਿਉਂਕਿ ਤੁਸੀਂ ਵੀ ਪ੍ਰੈਸ ਕਾਨਫਰੰਸ ਨਾਲ ਇਹ ਗੱਲ ਕਹਿਣਾ ਚਾਹੁੰਦੇ ਹੋ ਕਿ ਐਕਸ਼ਨ ਨਹੀਂ ਹੋ ਰਿਹਾ, ਸੋਲਵ ਨਹੀਂ ਹੋਇਆ, ਫਿਰ ਮਤਲਬ ਕਿਤੇ ਨਾ ਕਿਤੇ ਸਰਕਾਰ ਆਪ ਉੱਥੇ ਪਹੁੰਚ ਗਈ ਤਾਂ ਵੀ ਐਕਸ਼ਨ ਨਹੀਂ ਹੋ ਰਿਹਾ। ਮੰਨਦੇ ਹੋ ਕਿਤੇ ਨਾ ਕਿਤੇ ਸਰਕਾਰ ਦੀ ਵੀ ਨਾਕਾਮੀ ਹੈ? ਹਾਲਾਂਕਿ ਸਰਕਾਰ ਇਹ ਕਹਿੰਦੀ ਹੈ ਕਿ ਆਪਾਂ ਐਕਸ਼ਨ ਲਾਈਨ ਜਿਹੜੀ ਹੈ ਕਰਪਸ਼ਨ ਦੇ ਖਿਲਾਫ ਖੋਲੀ ਹੈ, ਤੁਸੀਂ ਕਹਿੰਦੇ ਹੋ ਕਿ ਕਰਪਸ਼ਨ ਦੇ ਉੱਤੇ ਵੀਡੀਓਜ਼ ਇਹ ਜਾਣੀਆਂ ਚਾਹੀਦੀਆਂ ਜਿੱਥੇ ਰਿਸ਼ਵਤ ਲੈਂਦਾ ਦਿਖੇ, ਬਟ ਤੁਹਾਡੇ ਕੋਲ ਸਾਰੇ ਸਬੂਤ ਸਭ ਕੁਝ ਮੌਜੂਦ ਹੁੰਦੇ ਹੋਏ ਵੀ ਤੁਸੀਂ ਇਹ ਗੱਲ ਕਰ ਰਹੇ ਹੋ। ਫਿਰ ਮੈਂ ਮੀਡੀਆ ਕੋਲ ਕਿਉਂ ਆਇਆ ਜੀ? ਆਹੀ ਗੱਲ ਕਰਕੇ ਤਾਂ ਆਇਆ। ਮਤਲਬ ਸਰਕਾਰ ਤੋਂ ਭਰੋਸਾ ਉੱਠ ਗਿਆ? ਨਹੀਂ, ਸਰਕਾਰ ਤੋਂ ਮੈਨੂੰ ਕੋਈ ਭਰੋਸਾ ਨਹੀਂ। ਮੈਂ ਧੰਨਵਾਦ ਕਰਦਾ ਜਿੰਪਾ ਜੀ ਦਾ, ਜਿਹੜੇ ਸਾਡੀ ਲੜਾਈ 'ਚ ਸਾਡੇ ਨਾਲ ਖੜ ਗਏ। ਮੈਂ ਇੰਨੀਆਂ ਲੜਾਈਆਂ ਲੜ ਲਈਆਂ ਜੀ, ਮੈਨੂੰ ਰੋਕਣ ਵਾਲੇ ਤਾਂ ਬਹੁਤ ਆਏ ਆ, ਪਰ ਨਾਲ ਤੁਰਨ ਵਾਲਾ ਪਹਿਲੀ ਵਾਰੀ ਕੋਈ ਆਇਆ। ਠੀਕ ਹੈ ਜੀ। ਚਾਹੇ ਦਿੱਲੀ ਸਟੇਟ ਤੋਂ ਆਈਆਂ ਗੱਡੀਆਂ ਦਾ ਰੈਕਟ ਸੀਗਾ ਜੀ, ਜੇ ਅਸੀਂ ਹਾਈ ਕੋਰਟ ਗਏ ਹੋਏ ਆ, ਬਥੇਰਾ ਦਬਾਇਆ, ਜੇਲ੍ਹਾਂ 'ਚੋਂ ਫੋਨ, ਇਹ ਉਹ ਬਥੇਰਾ ਕੁਝ ਹੋਇਆ ਜੀ। ਠੀਕ ਹੈ ਜੀ। ਪਿਛਲੇ 4 ਸਾਲਾਂ 'ਚ ਚੱਲ ਰਿਹਾ ਕੇਸ, ਉਹ ਜੁਲਾਈ ਦੀ ਤਰੀਕ ਹੈ ਜੀ। NH 71 ਦਾ ਘਟਾਲਾ ਹੋ ਗਿਆ ਜੀ, ਉਹ 'ਚ ਕਈ ਅਸੀਂ ਸਰਕਾਰੀ ਅਫਸਰ ਫਸੇ ਹੋਏ ਆ। ਹਾਈਵੇ 105 ਵੀ ਹੋ ਗਿਆ, ਉਹ 'ਚ ਕਈ ਸਰਕਾਰੀ ਅਫਸਰ ਫਸੇ ਹੋਏ ਆ। ਠੀਕ ਹੈ ਜੀ। ਅਸੀਂ ਕਰਦੇ ਰਹਿੰਦੇ ਹਾਂ ਜੀ ਇਹੋ ਜਿਹਾ ਕੁਛ। ਕਣਕ ਘਟਾਲਾ ਫੜ ਲਿਆ ਜੀ, ਕਾਊ ਸੈਸ ਦਾ ਅਸੀਂ ਕਰਦੇ ਹਾਂ ਜੀ ਕੰਮ। ਇਹਦੇ ਇਲਾਵਾ ਵੀ ਅਸੀਂ ਆ ਬੱਸਿਸ ਤੇ ਨੋ ਮਾਸਕ ਨੂੰ ਐਂਟਰੀ ਸਟਿੱਕਰ ਇਹੋ ਜਿਹੇ ਅਸੀਂ ਕੰਮ ਕਰਦੇ ਰਹਿੰਦੇ ਹਾਂ ਜੀ ਪੂਰੇ ਪੰਜਾਬ 'ਚ। ਪਰ ਜਦੋਂ ਇਹੋ ਜਿਹੀ ਚੀਜ਼ ਸਾਡੇ ਕੋਲ ਆਉਂਦੀ, ਸਾਡੇ ਕੋਲ ਰਿਹਾ ਨਹੀਂ ਜਾਂਦਾ ਕਿ ਵੀ ਇਹ ਐਡਾ ਵੱਡਾ, ਕਿਉਂਕਿ ਪੰਜਾਬ ਦਾ ਮੇਰਾ ਵੀ ਹੈ ਨਾ ਜੀ। ਮੈਂ ਤਾਂ ਸਗੋਂ ਮੋਗੇ ਪ੍ਰੈਸ ਕਾਨਫਰੰਸ ਭਗਵੰਤ ਮਾਨ ਜੀ ਨੂੰ ਇੱਕ ਮੈਸੇਜ ਵੀ ਲਾਇਆ ਸੀ, ਮੈਂ ਕਿਹਾ ਇਹਦੇ ਕਰਕੇ 10 ਤਹਿਸੀਲਦਾਰ ਨਾਲ ਰੱਖ ਲਓ ਤੁਸੀਂ, ਵੀ ਜਿਹੜੇ 60 ਲੱਖ ਦੀ ਰੋਜ਼ ਦੀ ਠੱਗੀ ਮਾਰਦੇ ਆ, ਵੀ ਆਪਾਂ ਤਾਂ 1 ਮਹੀਨੇ 'ਚ ਪੰਜਾਬ ਦਾ ਸਾਰਾ ਕਰਜ਼ਾ ਹੀ ਲਾ ਦਿਆਂਗੇ। ਜੇ ਆ 10 ਤਹਿਸੀਲਦਾਰ ਇਹੋ ਜਿਹੇ ਨਾਲ ਰਹਿ ਜਾਣ ਤੇ ਆਪਾਂ ਤਾਂ ਕਰਜ਼ਾ ਹੀ ਲਾ ਦਿਆਂਗੇ ਸਾਰਾ ਪੰਜਾਬ ਦਾ। ਠੀਕ ਹੈ ਨਾ ਜੀ। ਇਸ ਲਈ ਉਹਨਾਂ ਨੇ ਉਹਨੂੰ ਕਿਹਾ, ਅੱਜ ਉਹਨਾਂ ਦੀ ਰਿਪੋਰਟ ਅੱਜ ਆਈ ਥਿੰਕ ਪਹੁੰਚ ਗਈ ਹੈ ਜੀ, ਔਰ ਮੇਰੇ ਹਿਸਾਬ ਨਾਲ ਇਹਦੀ ਪ੍ਰਾਪਰਟੀ ਵਗੈਰਾ ਅਟੈਚ ਕਰਨ ਦਾ ਇਹਨਾਂ ਨੇ ਕਾਰਵਾਈ ਸ਼ਾਇਦ ਸੋਚ ਰਹੀ ਹੈ। ਪਰ ਇਹਦੇ ਵਿੱਚ ਸੁਪਰੀਮ ਕੋਰਟ ਦੀ ਇੱਕ ਰੂਲਿੰਗ ਹੈ ਜੀ, ਜਿਹਦੇ ਲਈ ਮੈਂ ਪ੍ਰੈਸ ਨੂੰ ਇੱਕ ਗੱਲ ਦੱਸ। ਸੁਪਰੀਮ ਕੋਰਟ ਦੀ ਰੂਲਿੰਗ ਹੈ, ਸੁਪਰੀਮ ਕੋਰਟ ਕਹਿੰਦਾ ਵੀ ਤੁਸੀਂ FIR ਲਾਂਚ ਕਰਕੇ ਇਨਵੈਸਟੀਗੇਸ਼ਨ ਕਰ ਸਕਦੇ ਹੋ, ਔਰ ਇਸ ਮਸਲੇ ਤੇ ਮੋਗਾ ਪੁਲਿਸ ਨੂੰ ਤੁਰੰਤ FIR ਲਾਂਚ ਕਰਨੀ ਚਾਹੀਦੀ ਹੈ। ਠੀਕ ਹੈ। FIR ਦੀ ਕੰਪਲੇਂਟ ਉੱਤੇ ਤੁਸੀਂ ਕੰਪਲੇਂਟ ਦਿੱਤੀ ਹੈ ਜਾ ਕੇ? ਬਿਲਕੁਲ ਦੇ ਦਿੱਤੀ। ਮੈਂ ਕੱਲ SSP ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਬਤੌਰ ਕੰਪਲੇਂਟ ਦੇ ਕੇ ਆਇਆ, ਐਂਟੀ ਫਰਾਡ ਨੂੰ ਉਹਨਾਂ ਨੇ ਫਾਰਵਰਡ ਕਰਤੀ ਹੈ ਜੀ। ਪਰ ਇਹ ਕੰਪਲੇਂਟ, ਕਿਉਂਕਿ ਇਹਦੇ ਵਿੱਚ ਸਾਰੇ ਸਬੂਤ ਸਾਹਮਣੇ ਹੈ, ਔਰ A to Z ਕੁਝ ਵੀ ਹੈ ਨਹੀਂ ਕਿ ਵੀ ਇਹਦੇ 'ਚ ਕੁਝ ਨਕਲੀ ਹੋਵੇ। ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਮੰਤਰੀ ਜਿੰਪਾ ਉੱਥੇ ਆਏ ਨੇ, ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਮੰਤਰੀ ਜਿੰਪਾ ਦਾ ਧੰਨਵਾਦ ਕਰੋ। ਕਿਸੇ ਤਰੀਕੇ ਦਾ ਕੋਈ ਦਬਾਅ ਤਾਂ ਨਹੀਂ ਆ ਰਿਹਾ ਉੱਤੋਂ ਦੀ? ਤੁਸੀਂ ਜੀ ਮੇਰੇ ਬਾਰੇ ਜਾਣਦੇ ਨਹੀਂਗੇ, ਮੈਂ ਤਾਂ ਇਕੱਲੇ ਹੀ ਆ ਕੇ ਤੇ ਹੁੱਕਾ ਬਾਰ ਦੀ ਪ੍ਰੈਸ ਕਾਨਫਰੰਸ ਕਰਕੇ ਸਾਰੇ ਚੰਡੀਗੜ੍ਹ ਦੇ ਹੁੱਕਾ ਬਾਰ ਬੰਦ ਕਰਾ ਗਿਆ। ਜਾਣਦੇ ਅਸੀਂ ਹੈਗੇ ਤਾਂ ਹੀ ਤੁਹਾਨੂੰ ਮੈਂ ਪੁੱਛ ਰਿਹਾ। ਇਸ ਲਈ ਇਹ ਮੈਨੂੰ, ਮੈਂ ਡਰਨ ਵਾਲਾ ਨਹੀਂ, ਉਹ ਨਾ ਮਾਰੇ ਜੀ, ਬੰਦੇ ਤੋਂ ਨਹੀਂ ਬੰਦਾ ਮਰਦਾ ਹੁੰਦਾ, ਤੇ ਇਹੋ ਜਿਹੀ ਕੋਈ ਗੱਲ ਨਹੀਂ। ਔਰ ਜਿੰਨੇ ਅਸੀਂ ਹਲੇ ਤੱਕ ਵਰਕ ਕਰ ਲਿਆ ਨਾ ਜੀ, ਹੈ ਨਾ, ਉਹ 'ਚ ਅਸੀਂ ਡਰੇ ਨਹੀਂ ਕਿਸੇ ਤੋਂ। ਜਿਹੜੇ ਆ ਕਈ ਘਟਾਲਿਆਂ ਦੇ ਵਿੱਚ 4-4 5-5 ਤਾਂ ਪੀਸੀਐਸ ਅਫਸਰ ਹੀ ਹੈ ਜੀ।
4 5 ਪੀਸੀ ਦਾ ਅਫਸਰ ਹੀ ਆ, ਕੋਈ ਰਿਟਾਇਰ ਹੋ ਗਿਆ, ਕੋਈ ਖੰਨੇੋਂ ਰਿਟਾਇਰ ਹੋਇਆ ਕਿ ਕਿਤੋਂ ਰਿਟਾਇਰ ਹੋਇਆ, ਸਾਰੇ ਧਰਮਕੋਟ ਮੋਗੇ ਵੀ ਆਏ ਆ ਜੀ, ਉਹ ਸਾਰੇ ਵਿੱਚ ਹੈ ਉਹਨਾਂ ਕਾਗਜ਼ਾਂ ਦੇ। ਜੇ ਪੰਕਜ ਸੂਦ ਡਰਨ ਵਾਲਾ ਹੁੰਦਾ ਜਾਂ ਸਾਡੀ CRO ਦੀ ਟੀਮ ਡਰਨ ਵਾਲੀ ਹੁੰਦੀ ਤਾਂ ਤਾਂ ਹੁਣ ਤਾਂ ਘਰੇ ਬੈਠੇ ਹੁੰਦੇ, ਇਹੋ ਜਿਹੇ ਮੁੱਦੇ ਨਾ ਚੱਕਦੇ। ਮੈਨੂੰ ਇੱਥੇ ਆ ਕੇ ਨੈਸ਼ਨਲ ਸਟੇਟ ਪ੍ਰੈਸ ਕੋਲ ਮੈਨੂੰ ਆਉਣ ਦੀ ਕੀ ਲੋੜ ਸੀ ਜੀ, ਮੈਂ ਮੋਗੇ ਹੀ ਰਹਿੰਦਾ। ਮੈਨੂੰ ਪੈਸੇ ਦੇਣ ਆਏ ਸੀ, ਲੈ ਕੇ ਘਰੇ ਬਹਿ ਜਾਂਦਾ ਆਰਾਮ ਨਾਲ। ਕੌਣ ਪੈਸੇ ਦੇਣ ਆਏ ਤੁਹਾਨੂੰ? ਮੈਨੂੰ ਤਹਿਸੀਲਦਾਰ ਦਾ ਕੁੜਮ ਆਇਆ ਸੀਗਾ ਜੀ, ਉਹ ਮੈਂ ਵੀਡੀਓ ਤੁਹਾਨੂੰ ਫਾਰਵਰਡ ਕਰ ਦੇਣਾ ਜੀ ਹੁਣੇ, ਤੇ ਉਹ ਮੇਰੇ ਫੋਨ 'ਚ ਹੈ, ਮੈਂ ਫਾਰਵਰਡ ਕਰ ਦੇਣਾ ਜੀ ਵੀਡੀਓ। ਤੇ ਕਦੋਂ ਇਹ ਕਿਸ ਦਿਨ ਦੀ ਗੱਲ ਹੈ? 9 ਤਰੀਕ ਦੀ ਗੱਲ ਹੈ ਜੀ, 9 ਤਰੀਕ ਦੀ ਗੱਲ ਹੈ ਜੀ, ਇਹ 9 ਤਰੀਕ ਦੀ ਗੱਲ ਹੈ। ਐਕਸ਼ਨ ਚੱਲ ਰਿਹਾ ਸੀਗਾ, ਅਸੀਂ ਉਹ ਐਕਸਕਲੂਸਿਵ ਇਸ ਦਿਨ ਲਈ ਰੱਖਿਆ ਸੀ ਵੀ ਜਦੋਂ ਅਸੀਂ ਚੰਡੀਗੜ੍ਹ ਕੋਈ PC ਕਰਾਂਗੇ ਉਦੋਂ ਦੇਵਾਂਗੇ, ਕਿਉਂਕਿ ਹਲੇ ਵੇਖ ਲਈਏ ਕਿ ਵੀ ਇਹ ਮੈਟਰ ਨੂੰ ਵੀ ਇਹ ਕਿੰਨਾ ਕੋਈ FIR ਲਾਂਚ ਹੁੰਦੀ ਹੈ ਕਿ ਨਹੀਂ ਹੁੰਦੀ ਹੈ। ਕਿਉਂਕਿ ਅੱਜ ਮੈਂ ਮੋਗੇ ਆਉਣ ਲੱਗਿਆ ਡਰਾਈਵ ਕਰਦੇ ਮੈਂ SSP ਸਾਹਿਬ ਨੂੰ ਵੀ ਉਹ ਵੀਡੀਓ ਭੇਜ ਚੁੱਕਿਆ ਤਾਂ ਕਿ ਉਹਨਾਂ ਨੂੰ ਜਿਹੜੀ ਇਨਕੁਆਇਰੀ ਕਰਦੇ ਪਏ ਉਹ 'ਚ ਉਹਨਾਂ ਨੂੰ ਵੀ ਬਲ ਮਿਲੇ ਔਰ ਮੈਂ ਮਾਨਯੋਗ ਪ੍ਰੈਸ ਨੂੰ ਇੱਥੋਂ ਦੇਵਾਂ, ਕਿਉਂਕਿ ਜੇ ਮੈਂ ਮੋਗੇ ਦਿੰਦਾ ਉਹ ਵੀਡੀਓ ਲੱਗਣੀ ਨਹੀਂ ਸੀ। ਮੇਰਾ ਇੱਥੇ ਆਉਣ ਦਾ ਕਾਰਨ ਹੀ ਇਹ ਹੈ, ਜੇ ਮੈਂ ਮੋਗੇ ਇਹ ਚੀਜ਼ਾਂ ਦੱਸਦਾ ਉਹ ਨਹੀਂ ਲੱਗਣੀਆਂ ਸੀਗੀਆਂ, ਉਹ ਇੱਥੋਂ ਲੱਗਣਗੀਆਂ, ਉੱਥੋਂ ਨਹੀਂ ਲੱਗਣੀਆਂ। ਠੀਕ ਹੈ, ਸੋ ਹੁਣ ਅਗਲੀ ਮੰਗ ਕੀ ਰਹੂਗੀ ਤੁਹਾਡੀ? ਬਿਲਕੁਲ ਜੀ, FIR ਲਾਂਚ ਹੋਣੀ ਚਾਹੀਦੀ ਹੈ ਜੀ ਇਹਦੇ ਵਿੱਚ, ਤੇ 5.5 ਮਹੀਨਿਆਂ 'ਚ ਜਿੰਨੀ ਰਜਿਸਟਰੀਆਂ ਉਹਨੇ ਕੀਤੀਆਂ ਉਹਦੀ ਸਾਰਿਆਂ ਚੈਕਿੰਗ ਹੋਣੀ ਚਾਹੀਦੀ ਹੈ। ਉਦੋਂ ਪਹਿਲਾਂ ਜੈਤ ਹੋ ਗਿਆ ਸੀ, ਪਹਿਲਾਂ ਮੋਗੇ ਵਾਲੀ ਕਰਾ ਲਈਏ ਜੀ, ਫਿਰ ਗਾਂਹ ਵਾਲੀ ਕਰਾਂਗੇ। ਸਾਨੂੰ ਆਫ ਦਾ ਰਿਕਾਰਡ ਤਾਂ ਪਤਾ ਹੈ ਜੀ, ਅਸੀਂ RTI ਵੀ ਪਾਏ ਆ ਅੱਜ ਆਉਣ ਲੱਗੇ ਕਿ ਵੀ ਜਿੰਨੀ ਇਹਨੇ ਕੀਤੀਆਂ ਉਹਦੀ ਸਾਨੂੰ ਕਾਪੀਆਂ ਦਿੱਤੀਆਂ ਜਾਣ, ਅਸੀਂ ਉਹ ਪਾਏ ਆ ਜੀ। ਪਰ ਜੇ ਪ੍ਰਸ਼ਾਸਨ ਕਰਨਾ ਚਾਹੂਗਾ ਤਾਂ ਛੇਤੀ ਹੋ ਜਾਊਗਾ ਜੀ। ਅਸੀਂ RTI ਉਹਨਾਂ ਨੇ 14 ਦਿਨ ਟਪਾ ਦੇਣੇ ਆ ਜੀ, ਫਿਰ ਉਹਨਾਂ ਨੂੰ 14 ਦਿਨ ਬਾਅਦ ਫੋਨ ਕਰਾਂਗੇ ਜੀ, ਫਿਰ 10 ਦਿਨ ਟਪਾ ਦੇਣੇ, 20 ਦਿਨ ਨਿਗਾਹ ਦੇਣੇ ਆ ਜੀ ਪ੍ਰਸ਼ਾਸਨ ਨੇ। ਤੇ ਜੇ ਪ੍ਰਸ਼ਾਸਨ ਆਪ ਕਰੇਗਾ ਤਾਂ SSP ਕਰ ਲੈਣ, ਸਾਨੂੰ ਤਾਂ ਵਧੀਆ ਜੀ। ਠੀਕ ਹੈ, ਸੋ ਇਸ ਸਾਡੇ ਨਾਲ ਕੰਜ਼ਿਊਮਰ ਰਾਈਟ ਆਰਗੇਨਾਈਜੇਸ਼ਨ ਦੇ ਪੰਜਾਬ ਪ੍ਰਧਾਨ ਪੰਕਜ ਸੂਦ ਜਿਨ੍ਹਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਹਾਲੇ ਵੀ ਮੋਗੇ ਦੇ ਵਿੱਚ ਸਟੈਂਪ ਡਿਊਟੀ ਦਾ ਜਿਹੜਾ ਘੁਟਾਲਾ ਉਹ ਚੱਲਦਾ ਆ ਰਿਹਾ। ਰਜਿਸਟਰੀਆਂ ਦੇ ਵਿੱਚ ਜਿਹੜੀ ਸਟੈਂਪ ਡਿਊਟੀ ਦਾ ਘੁਟਾਲਾ ਇਹਨਾਂ ਨੇ ਦੱਸਿਆ। ਹਾਲਾਂਕਿ ਜਿਹੜੇ ਤਹਿਸੀਲਦਾਰ ਦੇ ਉੱਤੇ ਦੋਸ਼ ਜਾਂ ਇਲਜ਼ਾਮ ਲਗਾ ਰਹੇ ਨੇ, ਉਹ ਕਹਿ ਰਹੇ ਨੇ ਕਿ ਉਹ ਤਹਿਸੀਲਦਾਰ ਨੇ ਸਿਰਫ ਕਰਪਸ਼ਨ ਦੇ ਚੱਲਦਿਆਂ, ਆਪਣੀ ਜੇਬ ਭਰਨ ਦੇ ਚੱਲਦਿਆਂ ਰਜਿਸਟਰੀ ਜਿਹੜੀ ਹੈ ਉਹ ਕਮਰਸ਼ੀਅਲ ਦੀ ਰਜਿਸਟਰੀ ਜਿਹੜੀ ਹੈ ਰੈਜ਼ੀਡੈਂਸ਼ੀਅਲ ਕਰਕੇ ਕਰ ਦਿੱਤੀ ਹੈ, ਜਿਸ ਦੇ ਕਰਕੇ ਇਹ ਪੂਰਾ ਮਾਮਲਾ ਉੱਠਿਆ, ਜਿਸ ਦੇ ਵਿੱਚ ਸਟੈਂਪ ਡਿਊਟੀ ਦਾ ਘੁਟਾਲਾ ਸਾਹਮਣੇ ਆਇਆ। ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਇਹ ਦਾਅਵੇ ਕਰ ਰਹੀ ਹੈ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵੀ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਪੰਜਾਬ ਦੇ ਵਿੱਚੋਂ ਕਰਪਸ਼ਨ ਜਿਹੜੀ ਹੈ ਖਤਮ ਕਰ ਦਿੱਤੀ ਗਈ ਹੈ। ਭਗਵੰਤ ਮਾਨ ਵੱਲੋਂ CM ਸਾਹਿਬ ਵੱਲੋਂ ਵੀ ਕਿਤੇ ਨਾ ਕਿਤੇ ਦਾਅਵੇ ਕੀਤੇ ਜਾਂਦੇ ਨੇ ਕਿ ਕਰਪਸ਼ਨ ਜਿਹੜੀ ਹੈ ਉਹ ਖਤਮ ਕਰ ਦਿੱਤੀ ਗਈ ਹੈ। ਪਰ ਫਿਰ ਵੀ ਅਜਿਹੇ ਮਾਮਲੇ ਸਾਹਮਣੇ ਆਉਣ, ਹਾਲਾਂਕਿ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਉਸ ਥਾਂ ਤੇ ਜਾ ਚੁੱਕੇ ਨੇ, ਉੱਥੇ ਇਨਕੁਆਇਰੀ ਦੇ ਆਰਡਰ ਕਰ ਚੁੱਕੇ ਹੋਏ ਨੇ, ਪਰ ਫਿਰ ਵੀ ਜਿਹੜਾ ਉਹ ਤਹਿਸੀਲਦਾਰ ਦਾ ਉਸ ਜਗ੍ਹਾ ਦੇ ਉੱਤੇ ਕੰਮ ਕਰਨਾ ਇੱਕ ਸਵਾਲ ਜ਼ਰੂਰ ਖੜਾ ਕਰਦਾ। ਕੈਮਰਾ ਪਰਸਨ ਪ੍ਰਵੀਨ ਦੇ ਨਾਲ ਸਾਇੰਦਰੂਲਾ, ਸਕਾਈ ਨਿਊਜ਼ ਪੰਜਾਬ, ਚੰਡੀਗੜ੍ਹ। ਹਰ ਖਬਰ ਦੀ ਤਾਜ਼ਾ ਅਪਡੇਟ ਜਾਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Facebook ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ।